ਬੁਲੇਟਿਨ 'ਚ ਅਸੀਂ ਗੱਲ ਕਰਾਂਗੇ ਭਾਰਤ ਤੇ ਪਾਕਿਸਤਾਨ ਦੀ, ਜਿਨ੍ਹਾਂ ਦੇ ਜੋ ਪੀਐਮਸ ਨੇ ਉਹਨਾਂ ਨੂੰ ਚਿੱਠੀ 111 ਹਸਤੀਆਂ ਦੇ ਵੱਲੋਂ ਲਿਖੀ ਗਈ ਹੈ ਤੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਵਿੱਚ ਨੇ। ਇੱਕ ਪਾਸੇ ਦੋਵਾਂ ਦੇਸ਼ਾਂ ਦੀਆਂ ਕੁਝ ਪ੍ਰਮੁੱਖ ਹਸਤੀਆਂ ਨੇ ਸ਼ਾਂਤੀ ਸੰਵਾਦ ਅਤੇ ਆਮ ਰਿਸ਼ਤਿਆਂ ਦੀ ਬਹਾਲੀ ਦੀ ਅਪੀਲ ਕੀਤੀ ਹੈ, ਜਦਕਿ ਦੂਜੇ ਪਾਸੇ ਸੁਰੱਖਿਆ, ਸਰਹੱਦ ਪਾਰ ਅੱਤਵਾਦ ਅਤੇ ਰਾਸ਼ਟਰ ਹਿੱਤਾਂ ਨੂੰ ਲੈ ਕੇ ਗੰਭੀਰ ਸਵਾਲ ਵੀ ਖੜੇ ਹੋ ਰਹੇ ਹਨ। ਕੀ ਗੱਲਬਾਤ ਦੇ ਨਾਲ ਭਰੋਸਾ ਮੁੜ ਬਣ ਸਕਦਾ ਹੈ ਜਾਂ ਪਹਿਲਾਂ ਅੱਤਵਾਦ ਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੈ? ਇਹ ਵੱਡਾ ਸਵਾਲ ਹੈ। ਕੀ ਸ਼ਾਂਤੀ ਦੀ ਪਹਿਲ ਸਮੇਂ ਦੀ ਲੋੜ ਹੈ ਜਾਂ ਸਖਤ ਨੀਤੀ ਹੀ ਸਹੀ ਰਾਹ ਹੈ? ਇਹਨਾਂ ਦੀ ਅਹਿਮ ਸਵਾਲਾਂ ਤੇ ਅੱਜ ਅਸੀਂ ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਦੱਸ ਕੇ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ 'ਚ ਸੁਧਾਰ ਦੀ ਵੱਡੀ ਮੰਗ ਕੀਤੀ ਗਈ ਹੈ। ਦਰਅਸਲ ਭਾਰਤ ਤੇ ਪਾਕਿਸਤਾਨ ਦੀਆਂ 117 ਹਸਤੀਆਂ ਨੇ ਇੱਕ ਚਿੱਠੀ ਲਿਖੀ ਹੈ। ਪੀਐਮ ਮੋਦੀ ਤੇ ਪਾਕਿਸਤਾਨ ਦੇ ਪੀਐਮ ਸ਼ਹਿਬਾਜ਼ ਸ਼ਰੀਫ ਨੂੰ ਇੱਕ ਚਿੱਠੀ ਲਿਖੀ ਗਈ ਹੈ। ਚਿੱਠੀ 'ਚ ਗੱਲਬਾਤ ਦਾ ਰਾਹ ਕੱਢ ਕੇ ਦੋਸਤੀ ਕਰਨ ਦੀ ਮੰਗ ਵੀ ਕੀਤੀ ਗਈ ਹੈ। ਭਾਰਤ ਦੇ 61 ਲੋਕਾਂ ਨੇ ਚਿੱਠੀ ਤੇ ਸਾਈਨ ਕੀਤੇ ਨੇ, ਜਦਕਿ ਜੰਮੂ ਕਸ਼ਮੀਰ ਦੇ 2 ਸਾਬਕਾ ਮੁੱਖ ਮੰਤਰੀ ਵੀ ਦੇ ਵੱਲੋਂ ਵੀ ਇਸ ਚਿੱਠੀ ਤੇ ਦਸਤਖਤ ਕੀਤੇ ਗਏ ਨੇ। ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਨੇ ਵੀ ਇਸ ਚਿੱਠੀ ਤੇ ਸਾਈਨ ਕੀਤੇ ਨੇ ਤੇ ਮੋਦੀ ਸ਼ਹਿਬਾਜ਼ ਨੂੰ ਦੋਸਤੀ ਵਾਲੀ ਚਿੱਠੀ ਜੋ ਹੈ ਉਹ ਲਿਖੀ ਗਈ ਹੈ। ਇਸ ਚਿੱਠੀ 'ਚ ਵੱਖ-ਵੱਖ ਮੰਗਾਂ ਦਾ ਜ਼ਿਕਰ ਕੀਤਾ ਗਿਆ ਹੈ। ਜੋ ਮੁੱਖ ਮੰਗਾਂ ਨੇ, ਕਰਤਾਰਪੁਰ ਲਾਂਘਾ, ਅਟਾਰੀ ਵਾਗਾ ਬਾਰਡਰ ਖੁੱਲੇ, ਇਹ ਮੰਗ ਕੀਤੀ ਗਈ ਹੈ। ਬੱਸ ਸੇਵਾ ਸ਼ੁਰੂ ਹੋਵੇ, ਇਹ ਵੀ ਡਿਮਾਂਡ ਕੀਤੀ ਗਈ ਹੈ। ਦੋਹਾਂ ਦੇਸ਼ਾਂ ਦੇ ਵਿਚਾਲੇ ਕਾਰੋਬਾਰ ਮੁੜ ਸ਼ੁਰੂ ਹੋਵੇ, ਦੋਹਾਂ ਦੇਸ਼ਾਂ ਦੇ ਵਿਚਾਲੇ ਸੰਵਾਦ ਸ਼ੁਰੂ ਹੋਏ, ਗੱਲਬਾਤ ਸ਼ੁਰੂ ਹੋਣ, ਟਾਕਸ ਸ਼ੁਰੂ ਹੋਣ, ਇਹ ਵੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਸਮੇਤ ਸਾਰੇ ਵਿਵਾਦਿਤ ਮੁੱਦਿਆਂ ਤੇ ਗੱਲਬਾਤ ਹੋਵੇ, ਫੌਜੀ ਤਣਾਅ ਘੱਟ ਕਰਨ ਦੇ ਲਈ ਵੀ ਠੋਸ ਕਦਮ ਚੁੱਕੇ ਜਾਣ, ਲੋਕਾਂ ਵਿਚਾਲੇ ਸੰਪਰਕ ਵਧਾਇਆ ਜਾਵੇ, ਸੱਭਿਆਚਾਰਕ ਸਿੱਖਿਅਕ ਸੰਬੰਧਾਂ 'ਚ ਸੁਧਾਰ ਹੋਵੇ, ਕ੍ਰਿਕਟ ਤੇ ਹੋਰ ਖੇਡ ਸੀਰੀਜ਼ ਦੁਬਾਰਾ ਸ਼ੁਰੂ ਹੋਣ, ਦੋਹਾਂ ਵਿਚਾਲੇ ਹਵਾਈ ਮਾਰਗ ਖੋਲ੍ਹਿਆ ਜਾਏ, ਵੀਜ਼ਾ ਪ੍ਰਕਿਰਿਆ ਆਸਾਨ ਹੋਵੇ, ਦੋਹਾਂ ਦੇਸ਼ਾਂ ਦੇ ਵਿਚਾਲੇ ਦੁਬਾਰਾ ਹਾਈ ਕਮਿਸ਼ਨਰ ਦੀ ਨਿਯੁਕਤੀ ਹੋਏ ਤੇ तमाम ਮੰਗਾਂ ਜੋ ਨੇ ਇਸ ਲੈਟਰ 'ਚ ਕੀਤੀਆਂ ਗਈਆਂ ਨੇ। ਕਾਬਲੇ ਗੌਰ ਆਪਰੇਸ਼ਨ ਸਿੰਦੂਰ ਤੋਂ ਬਾਅਦ ਕਿਸ ਤਰੀਕੇ ਨਾਲ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਇਹ ਪੂਰੇ ਤਣਾਅ ਬਣਿਆ ਸੀ, ਤੇ ਉਸ ਤੋਂ ਬਾਅਦ ਇਹ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਗਿਆ ਸੀ, ਜੋ 에ਅਰ ਸਪੇਸ ਹੈ ਦੋਨੋਂ ਹੀ ਮੁਲਕਾਂ ਦੇ ਵੱਲੋਂ ਆਪਣੀ ਉਹ ਵੀ ਬੰਦ ਕਰ ਦਿੱਤੀ ਗਈ ਸੀ। ਪਰ ਹੁਣ 117 ਹਸਤੀਆਂ ਦੇ ਵੱਲੋਂ ਡਿਮਾਂਡ ਕੀਤੀ ਗਈ ਹੈ ਕਿ ਦੋਹਾਂ ਦੇਸ਼ਾਂ ਦੇ ਪੀਐਮਸ ਨੂੰ ਕੀ ਗੱਲਬਾਤ ਦਾ ਰਸਤਾ ਖੋਲ੍ਹਿਆ ਜਾਏ। ਆਪਰੇਸ਼ਨ ਸੰਦੂਰ ਦੇ 1 ਸਾਲ ਬਾਅਦ ਭਾਰਤ ਤੇ ਪਾਕਿਸਤਾਨ ਦੀਆਂ 117 ਪ੍ਰਮੁੱਖ ਹਸਤੀਆਂ ਨੇ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਚਿੱਠੀ ਲਿਖ ਕੇ ਰਿਸ਼ਤਿਆਂ ਦੇ ਵਿੱਚ ਸੁਧਾਰ ਦੀ ਅਪੀਲ ਕੀਤੀ ਹੈ। ਇਸ ਚਿੱਠੀ ਦੇ ਵਿੱਚ ਭਾਰਤ ਦੇ 61 ਤੇ ਪਾਕਿਸਤਾਨ ਦੇ 56 ਲੋਕਾਂ ਨੇ ਦਸਤਖਤ ਕੀਤੇ ਨੇ। ਭਾਰਤ ਦੇ ਵੱਲੋਂ ਜੰਮੂ ਕਸ਼ਮੀਰ ਦੇ 2 ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਮਹਿਬੂਬਾ ਮੁਫਤੀ, ਮੀਰ ਵਾਇਜ਼ ਉਮਰ ਫਾਰੂਕ ਅਤੇ ਮਨੋਜ ਝਾ ਵਰਗੇ ਆਗੂਆਂ ਨੇ ਦਸਤਖਤ ਕੀਤੇ ਨੇ, ਜਦਕਿ ਪਾਕਿਸਤਾਨ ਦੇ ਵੱਲੋਂ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਸਮੇਤ ਕਈ ਪ੍ਰਮੁੱਖ ਹਸਤੀਆਂ ਇਸ ਮੁਹਿੰਮ ਦੇ ਨਾਲ ਜੁੜੀਆਂ ਨੇ। ਚਿੱਠੀ ਦੇ ਵਿੱਚ ਦੋਵੇਂ ਸਰਕਾਰਾਂ ਨੂੰ ਭਰੋਸਾ ਬਹਾਲ ਕਰਨ ਦੇ ਵੱਲ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਵਿੱਚ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ, ਅਟਾਰੀ ਵਾਗਾ ਸਰਹੱਦ ਨੂੰ ਮੁੜ ਤੋਂ ਖੋਲ੍ਹਣ, ਆਮ ਵੀਜ਼ਾ ਸੇਵਾਵਾਂ ਸ਼ੁਰੂ ਕਰਨ, ਹਵਾਈ ਉਡਾਨਾਂ ਅਤੇ ਵਪਾਰ ਬਹਾਲ ਕਰਨ, ਹਾਈ ਕਮਿਸ਼ਨਰਾਂ ਦੀ ਮੁੜ ਨਿਯੁਕਤੀ ਕਰਨ ਅਤੇ ਜੰਮੂ ਕਸ਼ਮੀਰ ਸਮੇਤ ਸਾਰੇ ਪੈਂਡਿੰਗ मुद्दों ਤੇ व्यापक गलबात शुरू करने की मांग की गई है। जम्मू कश्मीर की भी अपनी एक स्ट्रेटेजिक, एक ज्योग्राफिकल पोजीशन है, मगर चूंकि ये कॉन्फ्लिक्ट में फंसा है 2 मुल्कों के बीच में, हमारे मुल्क इंडिया और पाकिस्तान के बीच में, उसकी वजह से हालात हमारे दिन ब दिन खराब होते जा रहे हैं और न सिर्फ जम्मू कश्मीर के लोग सफ़र करते हैं बल्कि पूरे मुल्क पे भी इसका असर पड़ता है। तो पीडीपी का हमेशा ये एजेंडा रहा है कि रिकन्सिलेशन, जो जम्मू कश्मीर जंग का अखाड़ा बन चुका है, इसको अमन का पुल बनना चाहिए, 2 मुल्कों के दरमियान आवाजाही होनी चाहिए। चिट्ठी ਦੇ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼ਾਂ ਦੇ ਨੌਜਵਾਨਾਂ ਨੂੰ ਟਕਰਾਅ ਨਹੀਂ, ਸਗੋਂ ਸ਼ਾਂਤੀ, ਵਿਕਾਸ ਅਤੇ ਬਿਹਤਰ ਭਵਿੱਖ ਦਾ ਹੱਕ ਹੈ। ਦੂਜੇ ਪਾਸੇ ਇਸ ਚਿੱਠੀ ਨੂੰ ਲੈ ਕੇ ਸਿਆਸੀ ਵਿਵਾਦ ਖੜਾ ਹੋ ਗਿਆ। ਕਾਂਗਰਸ ਦੇ ਐਮਪੀ ਮਨੀਸ਼ ਤਿਵਾਰੀ ਨੇ ਚਿੱਠੀ ਤੇ ਇਤਰਾਜ਼ ਜਤਾਉਂਦਿਆਂ ਕਿਹਾ, ਸ਼ਾਇਦ ਕੁਝ ਲੋਕ ਪਹਿਲਗਾਮ ਦੇ ਬੈਸਾਰਨ ਦਾ ਕਤਲकांड ਭੁੱਲ ਗਏ ਨੇ। ਤਿਵਾਰੀ ਨੇ ਕਿਹਾ ਕਿ ਅੱਤਵਾਦ ਨੂੰ ਪਨਾਹ ਦੇਣ ਵਾਲੇ ਦੇਸ਼ ਦੇ ਨਾਲ ਆਮ ਰਿਸ਼ਤਿਆਂ ਦੀ ਮੰਗ ਕਰਨਾ ਸਮਝ ਤੋਂ ਪਰੇ ਦੀ ਗੱਲ ਹੈ। बहुत ही दुर्भाग्यपूर्ण बात है और बहुत ही दुखद है कि बैसरान के 1 साल 2 महीने और 8 दिन बाद कुछ लोग जो पाकिस्तान समर्थित आतंकवादियों ने घिनौनी कार्रवाई की थी कि निर्दोष पर्यटकों को उनके परिवारों के सामने उनकी हत्या कर दी थी, उनको मौत के घाट उतार दिया था, ये चीज हम इतनी जल्दी कैसे भूल सकते हैं? 1970 के दशक से लेके आज 2026 हो गया,
पाकिस्तान भारत के खिलाफ आतंकवाद प्रोत्साहित करता रहा है और जब भी भारत ने कोई बातचीत करने की पेशकश की है तो पाकिस्तान की तरफ से बातचीत का जवाब आतंकवादी हमले द्वारा दिया गया। 117 ਹਸਤੀਆਂ ਦੀ ਸਾਂਝੀ ਅਪੀਲ ਨੇ ਇੱਕ ਵਾਰ ਫਿਰ ਤੋਂ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਇੱਕ ਪਾਸੇ ਸ਼ਾਂਤੀ ਅਤੇ ਗੱਲਬਾਤ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਭਾਰਤ ਇਹ ਸਟੈਂਡ ਲੈਂਦਾ ਰਿਹਾ ਕਿ ਅੱਤਵਾਦ ਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ। ਹੁਣ ਨਜ਼ਰਾਂ ਇਸ ਗੱਲ ਤੇ ਰਹਿਣਗੀਆਂ ਕਿ ਇਸ ਅਪੀਲ ਦਾ ਦੋਵੇਂ ਸਰਕਾਰਾਂ ਦੇ ਰੁਖ ਤੇ ਕੀ ਅਸਰ ਪੈਂਦਾ ਹੈ। ਬਿਊਰੋ ਰਿਪੋਰਟ, ਨਿਊਜ਼ 18। ਤੇ ਇਸ ਵਿਸ਼ੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਸਾਡੇ ਨਾਲ ਜੋ ਮਹਿਮਾਨ ਨੇ ਜੁੜ ਚੁੱਕੇ ਨੇ, ਪ੍ਰੋਫੈਸਰ ਮਨਜੀਤ ਸਿੰਘ ਜੁੜੇ ਹੋਏ ਨੇ, ਸਿੱਖ ਸਕਾਲਰ ਨੇ। ਸਰ, ਸਵਾਗਤ ਤੁਹਾਡਾ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਤੇ। ਮੇਰਾ ਪਹਿਲਾ ਸਵਾਲ ਤੁਹਾਡੇ ਤੋਂ ਕਿ ਇਸ ਚਿੱਠੀ ਦੇ ਮਾਇਨੇ ਕੀ ਕੱਢੇ ਜਾਣ? ਗਿਆ ਕਿ ਦੇਖੋ ਅਸੀਂ ਜਿਹੜਾ ਫ੍ਰੀ ਟ੍ਰੇਡ ਜ਼ੋਨ ਜਿਹੜਾ ਆ ਜਾਂ ਫ੍ਰੀ ਟ੍ਰੇਡ ਦਾ ਯੂਰਪ ਨਾਲ ਕਰ ਸਕਦੇ ਆ, ਫਰਾਂਸ ਨਾਲ ਕਰ ਸਕਦੇ ਆ, ਇੰਗਲੈਂਡ ਨਾਲ ਕਰ ਸਕਦੇ ਆ, ਫ੍ਰੀ ਟ੍ਰੇਡ ਏਰੀਆ FTA ਜਿਹਨੂੰ ਕਹਿੰਦੇ ਆ। ਤੇ ਸਾਨੂੰ ਪਾਕਿਸਤਾਨ ਨਾਲ ਜਿਹੜਾ ਸਾਡੇ ਸੱਭਿਆਚਾਰ ਦਾ ਇੱਕ ਹਿੱਸਾ ਹੈਗਾ, ਠੀਕ ਹੈ, ਦੋ ਭਰਾ ਆ, ਅਲੱਗ ਹੋ ਗਏ, ਇੱਕ ਪਾਕਿਸਤਾਨ ਬਣ ਗਿਆ, ਇੱਕ ਸਾਡਾ ਭਾਰਤ ਰਹਿ ਗਿਆ। ਬੰਗਲਾਦੇਸ਼ ਵੀ 71 ਦੇ ਵਿੱਚ ਇੰਡੀਆ ਦੀ ਮਦਦ ਦੇ ਨਾਲ ਬਣਿਆ, ਨਹੀਂ ਤੇ ਉਹ ਈਸਟ ਪਾਕਿਸਤਾਨ ਸੀਗਾ। ਹੁਣ ਜੋ ਹੋ ਗਿਆ ਸੋ ਹੋ ਗਿਆ। ਅਸੀਂ ਨੇਪਾਲ ਦੇ ਨਾਲ ਬੜੇ ਸੋਹਣੇ ਆ, ਸਾਨੂੰ ਕੋਈ ਦਿੱਕਤ ਨਹੀਂ, ਕੋਈ ਵੀਜ਼ਾ ਦੀ ਲੋੜ ਨਹੀਂ। ਨੇਪਾਲ ਸਾਰਾ ਆ ਕੇ ਇੰਡੀਆ 'ਚ ਨਹੀਂ ਬੈਠ ਜਾਂਦਾ ਹੈ, ਸਾਡੇ ਵਧੀਆ, ਇਹ ਚੰਗੀ ਗੱਲ ਆ। ਇਸ ਤਰ੍ਹਾਂ ਸਾਡੇ ਬੰਗਲਾਦੇਸ਼ ਨਾਲ ਬਹੁਤ ਸੋਹਣੇ ਰਿਲੇਸ਼ਨ ਹੋਣੇ ਚਾਹੀਦੇ ਆ। ਪਰ ਇੱਥੇ ਜਿਹੜਾ ਹਿੰਦੂਤਵਾ ਦਾ ਏਜੰਡੇ ਨੂੰ ਅੱਗੇ ਰੱਖ ਕੇ ਇਹ ਜੀ ਘੁਸਪੈਠੀ ਹੈ, ਪ੍ਰਧਾਨ ਮੰਤਰੀ ਤੋਂ ਲੈ ਕੇ ਥੱਲੇ ਤੱਕ। ਪਾਕਿਸਤਾਨ ਦਾ ਜਿਹੜਾ ਮਨੀਸ਼ ਤਿਵਾੜੀ ਦਾ ਹੁਣੇ ਤੁਸੀਂ ਕਲਿੱਪਿੰਗ ਸੁਣਾਇਆ, ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਕਾਂਗਰਸ ਦੇ ਅੰਦਰ ਅਜੇ ਵੀ ਕੋਈ RSS ਦੇ ਇਹੋ ਜਿਹੇ ਬੰਦੇ ਬੈਠੇ ਜਿਹੜੇ ਉਹਨਾਂ ਦੀ ਭਾਸ਼ਾ ਬੋਲਦੇ ਆ ਔਰ ਉਹਨਾਂ ਨਾਲੋਂ ਵੀ ਜ਼ਿਆਦਾ ਜ਼ਬਰਦਸਤ ਤੇ ਵਧੀਆ ਭਾਸ਼ਾ ਬੋਲਦੇ ਆ। ਇਹਨਾਂ ਨੂੰ BJP ਜੁਆਇਨ ਕਰਨੀ ਚਾਹੀਦੀ। ਕਾਂਗਰਸ 'ਚ ਪਤਾ ਨਹੀਂ ਕੀ ਕਰਦੇ ਆ, ਇਹ ਕਿਹੜੀ ਭਾਸ਼ਾ ਆ? ਆਤੰਕੀ ਦੋਨੋਂ ਪਾਸੇ ਆ। ਸਾਡੇ ਵੀ ਘਰਾਂ 'ਚ ਹੋਣਗੇ ਆਤੰਕੀ, ਉਹ ਕਿਸੇ ਵੀ ਸਮੁਦਾਇ ਦੇ, ਕਿਸੇ ਵੀ ਜਾਤ ਦੇ, ਕਿਸੇ ਵੀ ਮਜ਼ਹਬ ਦੇ, ਕਿਸੇ ਦੀ ਵੀ ਜਗ੍ਹਾ ਦੇ ਹੋ ਸਕਦੇ ਆ, ਪਰ ਉਹਨਾਂ ਦਾ ਕੋਈ ਦੇਸ਼ ਨਹੀਂ ਹੈਗਾ। ਆਪਾਂ ਇਸ ਗੱਲ ਨੂੰ ਸਾਰੇ ਪਾਕਿਸਤਾਨ ਨੂੰ ਨਿੰਦ ਦੀਏ। ਤੁਸੀਂ ਇਹ ਮਨੀਸ਼ ਤਿਵਾੜੀ ਨੂੰ ਜਦੋਂ ਤੁਸੀਂ ਲਾਹੌਰ ਜਾਂਦੇ ਆ ਜਾਂ ਪੱਛਮੀ ਪਾਕਿਸਤਾਨ 'ਚ ਜਾਂਦੇ, ਉਹਨਾਂ ਲੋਕਾਂ ਦੇ ਅਥਰੂ ਨਹੀਂ ਦਿਖਦੇ ਆ ਕਿ ਉਹ ਕਿੰਨਾ ਰੋਂਦੇ ਆ, ਕਿੰਨਾ ਉਹਨਾਂ ਦਾ ਦਿਲ ਕਰਲਾਉਂਦਾ ਆ ਕਿ ਅਸੀਂ ਇਸ ਪੰਜਾਬ ਦੇ ਵੱਲ। ਤੁਸੀਂ ਇਹ ਕਹਿ ਰਹੇ ਹੋ ਕਿ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ, ਪਰ ਮਨਜੀਤ ਸਿੰਘ ਜੀ, ਕੀ ਟੈਰਰ ਤੇ ਟਾਕਸ ਇਕੱਠੇ ਹੋ ਸਕਦੇ ਨੇ? ਕਿਉਂਕਿ ਗੱਲਬਾਤ ਦਾ ਜੋ ਜਵਾਬ ਹੈ ਉਹ ਪਾਕਿਸਤਾਨ ਅੱਤਵਾਦੀ ਹਮਲੇ ਨਾਲ ਦਿੰਦਾ ਹੈ। ਇਹਦਾ ਮਤਲਬ ਅਸੀਂ ਨਹੀਂ, ਇਹ ਤੇ ਇਹਨਾਂ ਦੀ ਭਾਸ਼ਾ ਆ ਨਾ। ਇਹ ਜਿਹੜੇ ਹੁਣ ਵਾਲੇ ਪ੍ਰਧਾਨ ਮੰਤਰੀ ਹੈ ਪਾਕਿਸਤਾਨ ਦੇ, ਉਹ ਕਿੰਨੀ ਵਾਰੀ ਗੱਲ ਕਹਿ ਚੁੱਕੇ ਆ ਕਿ ਆਪਾਂ ਨੇੜੇ ਹੋਈਏ। ਉਹਨਾਂ ਵੱਲੋਂ ਤੇ ਇਸ਼ਾਰੇ ਆਉਂਦੇ ਆ, ਸਾਨੂੰ ਇਹ ਗੱਲ ਸੂਟ ਹੀ ਨਹੀਂ ਕਰਦੀ। ਅਸੀਂ ਤੇ ਇਸ ਗੱਲ ਤੇ ਇਲੈਕਸ਼ਨ ਜਿੱਤਦੇ ਆ ਕਿ ਅੰਦਰ ਘੁਸ ਕੇ ਅਸੀਂ ਵਾਰ ਕੀਤਾ, ਅਸੀਂ ਘੁਸ ਕੇ ਬਦਲਾ ਲਿਆ। ਮਤਲਬ ਜੋ ਵੀ ਹੈ ਰਾਜਨੀਤੀ ਇੱਕ ਪਾਸੇ ਰਹੀ। ਇੱਕ ਗੱਲ ਸਮਝ ਲਓ, ਜੇ ਅਸੀਂ ਰੀਜਨਲ ਸ਼ਕਤੀਆਂ ਸਾਊਥ ਏਸ਼ੀਅਨ ਜਿਹੜੇ ਆਪਾਂ ਹੈਗੇ, ਸਾਊਥ ਏਸ਼ੀਆ ਦੇ 5-6 ਕੰਟਰੀ ਆਪਣੇ ਆਪ ਨੂੰ ਚਾਰੇ ਪਾਸੇ ਤਕੜਾ ਨਹੀਂ ਕਰਦੇ। ਚੀਨ ਸਾਡੇ ਨਾਲੋਂ ਇੰਨਾ ਤਕੜਾ ਹੋ ਗਿਆ, ਉਹ ਸਾਰਿਆਂ ਦਾ ਫਾਇਦਾ ਲੈ ਕੇ ਸਾਡਾ ਗਲਾ ਘੁੱਟੂਗਾ। ਆਪਾਂ ਨੂੰ ਨਹੀਂ ਸਮਝਣਾ ਚਾਹੀਦਾ ਹੈਗਾ। ਚੀਨ ਆ ਜਾ ਕੇ ਹੁਣੇ ਹੀ ਸ਼੍ਰੀਲੰਕਾ ਵਾਲਾ ਉੱਥੇ ਜਾ ਕੇ ਆਉਂਦੇ ਆ, ਉਹ ਮਿਲ ਕੇ ਉਹਨਾਂ ਨੇ ਗੱਲਬਾਤ ਕੀਤੀ ਹੈ। ਹੋਰ ਵੀ ਜਿਹੜੇ ਵੀ ਬੰਦੇ, ਬੰਗਲਾਦੇਸ਼ ਦੇ ਵਿੱਚ ਉਹਨਾਂ ਦੇ ਕਾਫੀ ਆ, ਮਿਆਂਮਾਰ ਦੇ ਵਿੱਚ ਤੇ ਬਿਲਕੁਲ ਹੀ ਸਾਡਾ ਬਾਰਡਰ ਲੱਗਦਾ, ਉਹ ਬਿਲਕੁਲ ਉੱਥੇ ਹੋਇਆ ਹੈ, ਕਾਬਜ ਹੈਗੇ ਆ। ਨੇਪਾਲ ਚ ਅੱਧ ਪਚੱਦਾ, ਪਾਕਿਸਤਾਨ ਦਾ ਬਹੁਤ ਨੇੜੇ ਆ। ਤੁਸੀਂ ਕਹਿ ਰਹੇ ਹੋ ਕਿ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ, ਤੁਸੀਂ ਇਹ ਗੱਲ ਕਹਿ ਰਹੇ ਹੋ ਨਾ? ਮੈਂ ਉਹ ਸਾਰੇ ਬੰਦੇ ਜਿਹੜੇ ਮੇਰਾ 117 ਬੰਦੇ ਆ, ਕੁਛ ਉਹਨਾਂ ਚੋਂ ਪਾਕਿਸਤਾਨ ਦੇ, ਕੁਛ ਭਾਰਤ ਦੇ ਹੈਗੇ। ਗੱਲਬਾਤ ਕਿਉਂ ਸ਼ੁਰੂ ਹੋਣੀ ਚਾਹੀਦੀ, ਮੈਂ ਉਹ ਗੱਲ ਦੱਸਦਾ। ਬਹੁਤ ਜ਼ਰੂਰੀ ਹੈ, ਸ਼ੁਰੂ ਹੋਣੀ ਚਾਹੀਦੀ ਹੈ। ਇਹੋ ਜਿਹਾ ਦੁਨੀਆ ਦਾ ਮਾਮਲਾ ਕੋਈ ਨਹੀਂ ਹੈ। ਦੇਖੋ ਜਿਹੜਾ ਉਧਰ ਦੇ 10 ਜ਼ਿਲ੍ਹੇ ਕਸ਼ਮੀਰ ਦੇ ਹੈਗੇ, ਉਹ ਪਿੱਟਣ ਡੇ ਆ ਕਿ ਸਾਨੂੰ ਇਹ ਲੁੱਟਦੇ, ਸਾਨੂੰ ਮਾਰਦੇ, ਸਾਡਾ ਕੋਈ ਵਿਕਾਸ ਨਹੀਂ ਕੀਤਾ ਪਾਕਿਸਤਾਨ ਵਾਲਿਆਂ ਨੇ। ਸਾਡੇ ਵਾਲੇ ਸਾਡੇ ਰੋਈ ਪਿੱਟੀ ਜਾਂਦੇ ਆ ਕਿ ਸਾਨੂੰ ਇੱਥੇ ਮਾਰੀ ਜਾਂਦੇ, ਸਾਡਾ ਧਾਰਾ 370 ਹਟਾਤੀ, ਸਾਡੀ ਆਟੋਨਮੀ ਹਟਾਤੀ। ਆਪਾਂ ਨੂੰ ਇਸ ਦੋਹਾਂ ਧਿਰਾਂ ਦੇ ਹਿੱਤ ਵਿੱਚ ਕੋਈ ਕਿਉਂ ਨਹੀਂ ਫੈਸਲਾ ਲੈ ਸਕਦੇ? ਉਹ ਆਪਣੀ ਸਰਕਾਰ ਤੋਂ ਤੰਗ ਆ, ਸਾਡੇ ਕਸ਼ਮੀਰੀ ਆਪਣੀ ਸਰਕਾਰ ਤੋਂ ਤੰਗ। ਪਹਿਲਾਂ ਬੇਸਿਕਲੀ ਆਮ ਜਨਤਾ ਦੀ ਗੱਲ ਕਰ ਰਹੇ ਹੋ, ਹੈ ਨਾ? ਬਿਲਕੁਲ ਤੁਸੀਂ ਸਹੀ ਗੱਲ ਫੜੀ ਹੈ। ਪਹਿਲਾਂ ਇਥੋਂ ਵੈਲੀ ਠੀਕ ਹੈ, ਅਸੀਂ ਗੱਲਬਾਤ ਅੱਗੇ ਵੀ ਜਾਰੀ ਰੱਖਾਂਗੇ। ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ, ਈਸ਼ਾਨ ਚੰਡੀਗੜ੍ਹ ਤੋਂ। ਜੀ ਈਸ਼ਾਨ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਗੁੱਡ ਈਵਨਿੰਗ ਜੀ। ਮੈਂ ਤਾਂ ਪਹਿਲੀ ਗੱਲ ਇਹ ਕਹੂੰਗਾ ਕਿ ਇਹ ਜਿਹੜੇ ਤੁਸੀਂ ਬਿਠਾਏ ਹੋਏ ਆ ਪ੍ਰੋਫੈਸਰ ਮਨਜੀਤ ਸਿੰਘ ਜੀ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ
ਕਿ ਇਹੋ ਜਿਹੀਆਂ ਇਹ ਗੱਲਾਂ ਕਰਦੀਆਂ that नहीं he is ईशान जी, आई एम comparing सॉरी, India- No, 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 प्रोफेसर he is मनजीत सिंह comparing जी, India नहीं with काफी Pakistan. सत्कारयोग ने, No, नहीं तुसी no, ਇਹੋ ਜਿਹੀ no, ਸ਼ਬਦਾਵਲੀ no. नहीं यूज कर सकदी। अच्छा चलो, बहुत बहुत शुक्रिया जी प्रोफेसर मनजीत सिंह जी। जी ਮੇਰੀ ਬੇਨਤੀ ਇਹ ਹੈ, ਦੇਖੋ ਪੰਜਾਬ ਹੈ, ਪਹਿਲਾਂ ਤੇ ਵਾਜਪਾਈ ਵੇਲੇ ਬੱਸ ਚੱਲੀ ਸੀਗੀ ਲਾਹੌਰ ਨੂੰ, ਉਹ ਕਿਉਂ ਬੰਦ ਆ ਹੁਣ ਬਈ? ਉਹ ਤੇ ਵਾਜਪਾਈ ਨੇ ਚਲਾਈ ਸੀਗੀ। ਫਿਰ ਸਾਡੀ ਸਮਝੌਤਾ ਐਕਸਪ੍ਰੈਸ ਚੱਲੀ ਸੀਗੀ, ਉਹ ਕਿਉਂ ਬੰਦ ਆ? ਵਾਘਾ ਬਾਰਡਰ ਕਿਉਂ ਬੰਦ ਆ? ਕਿਉਂਕਿ ਪੰਜਾਬ ਨੂੰ ਉਹਦਾ ਫਾਇਦਾ ਹੋਣਾ ਹੈ, ਪੰਜਾਬ ਦੇ ਟਰੱਕ, ਪੰਜਾਬ ਦੇ ਟਰਾਂਸਪੋਰਟਰ, ਪੰਜਾਬ ਦੇ ਲੋਕਾਂ ਨੂੰ, ਮਜ਼ਦੂਰਾਂ ਨੂੰ ਉੱਥੇ ਕੰਮ ਮਿਲਦਾ ਆ, ਹਜ਼ਾਰਾਂ ਟਰੱਕਾਂ ਨੂੰ ਉੱਥੇ ਕੰਮ ਮਿਲਦਾ ਸੀਗਾ, ਉਹ ਬੰਦ ਪਿਆ ਹੋਇਆ। ਮੇਰਾ ਇੰਨਾ ਹੀ ਬੇਨਤੀ ਹੈ, ਇਸੇ ਤਰ੍ਹਾਂ ਮਨਜੀਤ ਸਿੰਘ ਜੀ, ਜਿਸ ਤਰ੍ਹਾਂ ਹਾਲ ਫਿਲਹਾਲ ਚ ਅਸੀਂ ਪਿਛਲੇ ਸਾਲ ਦੇਖਿਆ ਪਹਿਲਗਾਮ ਅਟੈਕ ਹੋਇਆ, 29-26 ਸੈਲਾਨੀਆਂ ਨੂੰ ਕਿਸ ਤਰੀਕੇ ਨਾਲ ਇਹਨਾਂ ਦੇ ਵੱਲੋਂ ਮਾਰਿਆ ਗਿਆ, ਇਹ ਚੀਜ਼ਾਂ ਨਾਲ ਨਹੀਂ ਚੱਲ ਸਕਦੀਆਂ ਨਾ। ਤੁਸੀਂ ਇੱਕ ਗੱਲ ਰੱਖਦੇ ਹੋ, ਮੈਂ ਸਮਝ ਗਈ ਤੁਸੀਂ ਕਹਿ ਰਹੇ ਹੋ ਕਿ ਆਮ ਜਨਤਾ ਦੇ ਹਿੱਤ 'ਚ ਫੈਸਲਾ ਲੈਣਾ ਚਾਹੀਦਾ ਹੈ, ਗੱਲਬਾਤ ਕਰਨੀ ਚਾਹੀਦੀ ਹੈ। ਤੁਸੀਂ ਦੋ ਹਿੱਤਾਂ ਨੂੰ ਬਿਲਕੁਲ, ਇਹ ਮੈਂ ਜਿਹੜੇ ਅਟੈਕ ਆ ਨਾ, ਇਹ ਪਾਕਿਸਤਾਨ ਦੇ ਹਿੱਤ 'ਚ, ਆਪਾਂ ਇੰਡੀਆ ਦੇ ਹਿੱਤ 'ਚ ਤੇ ਹੈ ਹੀ ਨਹੀਂ, ਸਾਡੇ ਤੇ ਬੰਦੇ ਮਾਰੇ ਆ। ਉਹ ਸਾਰੀਆਂ ਸ਼ਕਤੀਆਂ ਇਹੋ ਜਿਹੇ ਅਟੈਕ ਕਰਾਉਂਦੀਆਂ ਰਹਿਣਗੀਆਂ, ਸਾਨੂੰ ਲੜਾਉਂਦੀਆਂ ਰਹਿਣਗੀਆਂ, ਜਿਹੜੀਆਂ ਬਿਲਕੁਲ ਹੀ ਸਾਨੂੰ ਨੇੜੇ ਨਹੀਂ ਹੋਣ ਦੇਣਾ ਚਾਹੁੰਦੀਆਂ। ਕਿਹੜੀਆਂ ਸ਼ਕਤੀਆਂ? ਫਾਰ ਇੰਸਟੈਂਸ ਕਿ ਚੀਨ ਦੇ ਹਿੱਤ 'ਚ ਆ, ਚੀਨ ਕਦੀ ਨਹੀਂ ਚਾਹੁੰਦਾ ਕਿ ਅਸੀਂ ਪਾਕਿਸਤਾਨ ਦੇ ਨੇੜੇ ਹੋਈਏ ਤੇ ਉਹਦੇ ਲਈ ਇੱਕ ਵੱਡਾ ਇੱਥੇ ਰੀਜਨਲ ਸ਼ਕਤੀ ਬਣ ਕੇ ਭਾਰਤ ਅਮਰਜ ਹੋਏ। ਚੀਨ ਕਿਉਂ ਚਾਹੂਗਾ ਚੀਨ? ਇਸ ਕਰਕੇ ਉਹ ਮਾਲਦੀਵ ਤੱਕ ਪਹੁੰਚ ਗਿਆ, ਉਹ ਸਾਰੀ ਜਗ੍ਹਾ ਸਾਡੀ ਘੇਰਾਬੰਦੀ ਹੋ ਰਹੀ ਹੈ। ਅਸੀਂ ਇਸ ਗੱਲ ਨੂੰ ਸਮਝਦੇ ਨਹੀਂ ਹੈ ਕਿ ਅਸੀਂ ਅਬ ਘੇਰਾਬੰਦੀ ਤੋੜ ਕੇ ਚੀਨ ਦੇ ਸਾਹਮਣੇ ਤਕੜੇ ਹੋ ਕੇ ਕਿਵੇਂ ਆਪਣੇ ਤੌਰ ਤੇ ਆਪਣੇ ਦੇਸ਼ ਨੂੰ ਤਕੜਾ ਕਰੀਏ। ਠੀਕ ਹੈ, ਚਲੋ ਮੈਂ ਤੁਹਾਡੇ ਕੋਲ ਆ ਰਹੀ ਹਾਂ। ਜੀ ਸਾਡਾ ਰਮਨ ਮਲਿਕ ਵੀ ਜੁੜ ਚੁੱਕੇ ਨੇ, ਬਹੁਤ ਬਹੁਤ ਸਵਾਗਤ ਹੈ ਰਮਨ ਮਲਿਕ ਜੀ ਤੁਹਾਡਾ ਨਿਊਜ਼ 18 ਪੰਜਾਬ ਤੇ। ਸਭ ਤੋਂ ਪਹਿਲਾਂ ਇੱਕ ਕਾਲਰ ਵੀ ਸਾਨੂੰ ਜੁੜੇ ਨੇ, ਉਹਨਾਂ ਦਾ ਸਵਾਲ ਛੋਟਾ ਜਿਹਾ ਲੈਣਾ ਚਾਹਾਂਗੀ। ਰਮਨ ਮਲਿਕ ਜੀ, ਆ ਰਹੀ ਮੈਂ ਤੁਹਾਡੇ ਕੋਲ। ਮੋਹਨ ਲਾਲ ਮਾਨਸਾ ਤੋਂ ਜੁੜੇ ਹੋਏ ਨੇ ਜੀ। ਮੋਹਨ ਲਾਲ ਜੀ, ਮੇਰੀ ਗੱਲ ਤਾਂ ਇੰਨੀ ਹੈ ਵੀ ਇਹ ਜਿਹੜੀ ਸਾਰਾ ਕੁਝ ਹੋ ਰਿਹਾ ਹੈ ਪੰਜਾਬ ਦੇ ਖਿਲਾਫ ਹੋ ਰਿਹਾ ਹੈ। ਅੱਛਾ, ਉਹਦਾ ਮੇਨ ਮਾਮਲਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੋ ਰਿਹਾ ਹੈ। ਠੀਕ ਹੈ। ਤੇ ਇੱਕ ਅਸੀਂ ਵੀ ਹੁਣ ਹਰ 14 ਅਗਸਤ ਨੂੰ ਅਸੀਂ ਉੱਥੇ ਜਾਂਦੇ ਹੁੰਨੇ ਆ, ਆਪਣੇ ਅੰਮ੍ਰਿਤਸਰ, ਉੱਥੇ ਅਸੀਂ ਮੋਮਬੱਤੀਆਂ ਜਗਾਉਂਦੇ ਹੁੰਨੇ ਆ। ਠੀਕ ਹੈ। ਉਹਨਾਂ ਦਾ ਮਕਸਦ ਇਹੀ ਹੁੰਦਾ ਹੈ ਵੀ ਭਾਰਤ ਤੇ ਪਾਕਿਸਤਾਨ ਦੇ ਲੋਕ ਨੇੜੇ ਹੋਣ, ਆਪਸ ਚ ਇੱਕ ਦੂਜੇ ਨਾਲ ਗੱਲਬਾਤ ਕਰਨ, ਠੀਕ ਹੈ, ਤਾਂ ਕਿ ਨੇੜਤਾ ਵੱਧਦੀ ਰਹੇ। बस ये नहीं गल। ठीक है, चलो बहुत बहुत शुक्रिया। रमन मलिक जी, इस चिट्ठी के मायने आप क्या निकालते हैं? प्रोफेसर मनजीत सिंह भी जुड़े हुए हैं, उन्होंने इस बात का जिक्र किया है कि दोनों देशों के जो आम नागरिक हैं, आम लोग हैं, उनके हितों में अगला स्टेप लेना चाहिए। देखिए, बार बार एक तो मैं आपके चैनल के ऊपर धन्यवाद करता हूं कि आपने देश के लिए एक बहुत बड़ा मुद्दा है उसको आपने जागृत करा है, उसके ऊपर हम डिबेट कर रहे हैं जी। देखिए, सबसे पहली बात, ये चिट्ठियों का सौदा जो है ये कोई नया नहीं है। आप पुरानी चिट्ठियों को भी लेंगे, जब मोदी साहब के लिए बोला गया था कि उनको यूएस का वीजा मत दो, तो इनमें से बहुत सारे लोग वहां भी थे। ठीक है। तो ये जो एक जमात है ना, ये अपने पापा के कहने के ऊपर यहाँ आके बहू करती है, इसके लिए हमारे को कोई चिंता की जरूरत नहीं है। मतलब इसमें है कौन? फारूक अब्दुल्ला, प्रूवन वो व्यक्ति जिसने 1990 का कश्मीरी जेनोसाइड करवाया था। ठीक है। मीर वाइज उमर फारूक, टेररिस्ट सिंपथाइजर, टेररिस्ट हार्बर। महबूबा मुफ्ती, जो भारत को अखंड रहने से मना करती है। हमने भी सरकार बनाई थी, हमने सरकार छोड़ दी उसके साथ, क्योंकि वो भारत की अखंडता के लिए एक बदनुमा दाग। मणिशंकर है जो पाकिस्तान जाके बोलते हैं कि जी हमारे को सरकार में ला दो, कटोरा लेकर हमारे को सरकार में ला दो, तुम मोदी को हटा दो किसी भी तरीके से। उसके बाद ये मनोज झा, वामपंथी है, आरजेडी वाले इसको बिठाया हुआ राज्यसभा में, जवाहर सिंह भारत के खिलाफ। और एस दौलता, ये एस दौलता भारत के ऊपर सबसे बदनुमा दाग है। इसके अंदर IC 184 का अपहरण हुआ था और ये उस समय रॉ का चीफ था। ही वाज अ ब्लडी फेलियर ऑफ अ फर्स्ट डिग्री। और उसके बाद ये आके बकवास कर रहा है। और रॉ का चीफ होते हुए इसने जितना नुकसान करा भारत का, टेररिज्म को जितना पनाह दी इसने, उतना आज तक शायद किसी ने नहीं दी। मतलब इन नामों के अगर ये 60-70 नाम है, अगर मैं लिस्ट बनाना चलूं तो मतलब जॉन दयाल कोई आदमी है? वो मतलब एक बार ये जितना जो राइस बैक कन्वर्जन है, जो पाकिस्तान भी कह लो, जो दूसरी शक्तियां हैं, वो
पंजाब को बुरा हाल कर दिया हुआ है, सिखों को ईसाई बना बना के, उसके ऊपर ये जॉन दयाल उसकी बैक करता है। और यहाँ आके प्रोफेसर साहब आपको लख दिया लानता भेजी तुहानू, मतलब तुसी पॉइंट पे आओ। प्रॉब्लम ये है प्रोफेसर साहब, धंधा अलग है, लेकिन धंधा हमारे माँ हमारे देश से ऊपर नहीं हो सकता। देश 80 करोड़ लोगों को रोटी दे रहा है, भूखा किसी को नहीं देते सोने। यही राजा रंजीत सिंह जी, महाराजा रंजीत सिंह जी ने करा था, भूखा किसी को सोने नहीं दिया, लेकिन देश हित के खिलाफ किसी को काम करने नहीं दिया। आप मेरे को सिर्फ ये बताओ, इन 117 लोगों से ये पूछो, जिस दिन वो जाएं पाकिस्तान को बोले कि भारत को ये आजादी दे कि वहां जो बैठे हुए टेररिस्ट हैं उनको खत्म करने की इजाजत भारत को है, वो जाएं सफाई करें, तुम्हारे से नहीं होती हम कर देंगे। चलिए जवाब लेते हैं। जवाब भारत के खिलाफ एक्टिविटी मत करो, तुम्हारी सुरक्षा हम निश्चित करेंगे कि तुम्हारे ऊपर पाकिस्तान के ऊपर कोई अटैक नहीं करेगा, हम वो सुनिश्चित करेंगे। हम तुम्हारे को धंधा भी लाके देंगे, तुम्हारे पेट भी पूरे करेंगे, लेकिन भारत के ऊपर खून बरसे और तुम पानी चाहो, और परसों चौथ जो बोला था कि हाथ काट देंगे, और आज आप यहाँ बोलते हो कि जी हमारे को रोटी नहीं आ रही है 1000 लोगों। चलो जवाब लेते हैं मलिक जी, जवाब ऐसा नहीं है जिसको रोटी ना मिलती हो। जवाब लेने प्रोफेसर जी। ਸਰਬਜੋਤ ਜਿਹੜੀ ਹੈ ਨਾ ਦੁੱਖ ਦੀ ਗੱਲ ਇਹ ਹੈ ਕਿ ਤੁਸੀਂ ਭਾਸ਼ਾ ਤੇ ਦੇਖ ਹੀ ਲਈ ਹੈ ਕਿੰਨੀ ਜ਼ਹਿਰੀਲੀ ਕਿੰਨੀ ਗਾਲੀ ਗਲੋਚ ਵਾਲੀ ਭਾਸ਼ਾ। ਜਦੋਂ ਤਰਕ ਨਹੀਂ ਰਹਿੰਦਾ ਨਾ ਉਦੋਂ ਤੁਸੀਂ ਗਾਲੀ ਗਲੋਚ ਤੇ ਕਰਾਉਂਦੇ ਆ। ਇਹੀ ਇਹਨਾਂ ਨੂੰ ਸਿੱਖਿਆ ਦਿੱਤੀ ਹੈ ਕਿ ਤੁਸੀਂ ਭਰਾਤਰੀ ਇਸਲਾਮ में और सिक्की में कोई फर्क नहीं है, और गुरुओं को मारने वाले सारे के सारे वही। मलिक जी मैं आपके पास आ रही हूं, आ रही हूं आपके पास। प्रोफेसर मजीद सिंह जी, ਪਿਆਰ ਦੀ ਗੱਲ ਨਹੀਂ ਕਰਨੀ, ਸਦਭਾਵਨਾ ਦੀ ਗੱਲ ਨਹੀਂ ਕਰਨੀ, ਵਿਕਾਸ ਦੀ ਗੱਲ ਨਹੀਂ ਕਰਨੀ, ਲੋਕਾਂ ਨੂੰ ਰੋਟੀ ਪਾਣੀ ਦੇ ਕੇ ਸਾਰੀ ਜਾਣਾ। ਕਿੱਥੇ ਗਏ 5 ਟ੍ਰਿਲੀਅਨ ਡਾਲਰ ਦੀ ਇਹਨਾਂ ਦੀ ਗੱਲ ਜਿਹੜੀ ਇਕਨੋਮੀ 2025 ਤੱਕ ਬਣਾਉਣੀ ਸੀ, 4 ਤੇ ਕਿਉਂ ਅਟਕ ਗਈ? ਕਿੱਥੇ ਗਈ ਗੈਸ ਦਾ ਭਾਅ, ਕਿੱਥੇ ਗਿਆ ਡੀਜ਼ਲ ਦਾ ਭਾਅ? ਕਿਉਂ ਤੁਸੀਂ ਹੁਣ ਮੈਂ ਇਹ ਗੱਲ ਕਰ ਰਿਹਾ ਕਿ ਗੱਲਬਾਤ ਇੱਕ ਨਾਲ ਚੱਲ ਸਕਦੇ ਨੇ, ਇਸ ਦਾ ਜਵਾਬ ਨਹੀਂ। ਮੇਰਾ ਮਤਲਬ ਇਹ ਹੈ ਕਿ ਜੇ ਤੇ ਅਸੀਂ ਰੀਜਨਲ ਸ਼ਕਤੀ ਚੀਨ ਦੇ ਮੁਕਾਬਲੇ ਖੜੀ ਕਰਨੇ ਚਾਹੁੰਦੇ ਆ ਤੇ ਸਾਨੂੰ ਸਾਰੇ ਦਿਵਾਲੇ ਆਲੇ ਦੁਆਲੇ ਆਪਣੀ ਇੱਕ ਚੰਗੇ ਰਿਲੇਸ਼ਨ ਬਣਾਉਣੇ ਪੈਣਗੇ। ਇੱਕ ਉਹਨਾਂ ਦੇ ਨਾਲ ਮਨਜੀਤ ਸਿੰਘ ਜੀ ਆਮ ਲੋਕਾਂ ਦਾ ਖੂਨ ਵਹਾ ਕੇ नहीं मैं कहना टेररिज्म ਕਿਸੇ ਨੂੰ ਵੀ ਮਨਜ਼ੂਰ ਨਹੀਂ ਹੈ। ਕੀ ਗੱਲ ਕਰ ਰਹੇ ਮੈਂ ਇਹ ਗੱਲ ਕਰ ਰਿਹਾ ਸਰਬਜੋਤ, ਟੈਰਰਿਜ਼ਮ ਕਿਸੇ ਨੂੰ ਮਨਜ਼ੂਰ ਨਹੀਂ ਹੈ, ਕੋਈ ਭਾਵੇਂ। ਪਰ ਮੈਂ ਇੱਕ ਗੱਲ ਇਹ ਸਮਝੋ ਕਿ ਟੈਰਰਿਸਟ ਦਾ ਕੋਈ ਦੇਸ਼ ਕੋਈ ਧਰਮ ਕੋਈ ਨਹੀਂ ਹੁੰਦਾ, ਨਾ ਕੋਈ ਉਹਦਾ ਮਜ਼ਹਬ ਹੁੰਦਾ ਆ। ਉਹਨਾਂ ਨੂੰ ਉਸੇ ਤਰੀਕੇ ਨਾਲ ਖਤਮ ਕਰਨਾ ਚਾਹੀਦਾ, ਰਲ ਕੇ ਦੋਹਾਂ ਦੇਸ਼ਾਂ ਨੂੰ ਖਤਮ ਕਰਨਾ ਚਾਹੀਦਾ। ਠੀਕ ਹੈ ਟੈਰਰਿਜ਼ਮ ਦਾ ਤੁਸੀਂ ਗੱਲ ਕੀਤੀ, ਪਰ ਜੋ ਉੱਥੇ ਦੇ ਮੰਤਰੀ ਨੇ ਉੱਥੇ ਦੇ ਪੀਐਮ ਨੇ ਜੋ ਜ਼ਹਿਰ ਉਗਲਦੇ ਨੇ ਇੰਡੀਆ ਦੇ ਖਿਲਾਫ, ਉਸ ਦਾ ਕੀ? ਕਈ ਬਿਆਨ ਹਾਲਚਾਲ ਪਿਛਲੇ ਸਾਲ ਵੀ ਆਏ ਸੀ ਆਪਰੇਸ਼ਨ ਸਿੰਦੂਰ ਤੋਂ ਬਾਅਦ। ਇਹਦਾ ਮਤਲਬ ਇਹ ਹੈ ਕਿ ਅਸੀਂ ਇੱਕ ਦੂਜੇ ਦੇ ਵਿਰੁੱਧ ਜ਼ਹਿਰ ਉਗਲਦੇ ਰਹੀਏ, ਜਾ ਕੇ ਇਜ਼ਰਾਈਲ ਨੂੰ ਤੇ ਫਾਦਰਲੈਂਡ ਕਹਿ ਦਈਏ, ਆਪਾਂ ਨੂੰ ਪਾਕਿਸਤਾਨ ਨੂੰ ਬ੍ਰਦਰਲੈਂਡ ਕਹਿਣ ਦਾ ਕੋਈ ਮਨ ਵਿੱਚ ਕਦੀ ਆਉਂਦਾ ਹੀ ਨਹੀਂ ਕਿ ਜਿਹੜੇ ਸਾਡੇ ਦੋ ਭਰਾ ਲੱਗ ਹੋਏ ਅਸੀਂ ਉਹਨੂੰ ਬ੍ਰਦਰਲੈਂਡ ਕਹੀਏ। ਉੱਥੋਂ ਦੇ ਲੋਕ, ਉੱਥੋਂ ਦਾ ਆਵਾਮ ਸਾਡੇ ਨਾਲ ਖੜਾ ਹੋਊਗਾ। ਜੇ 1 ਮਿੰਟ ਉੱਥੋਂ ਦਾ ਆਵਾਮ ਸਾਡੇ ਨਾਲ ਖੜਾ ਹੋਊਗਾ, ਉਹਨਾਂ ਦੀ ਆਪਣੀ ਸਰਕਾਰ ਤੇ ਦਬਾਅ ਪਾਊਗਾ ਕਿ ਤੁਸੀਂ ਇੰਡੀਆ ਦੇ ਨਾਲ ਰਿਲੇਸ਼ਨ ਸੁਧਾਰੋ, ਕਿਉਂਕਿ ਉਹ ਵੀ ਸਫਰ ਕਰ ਰਹੇ ਆ, ਸਾਡੇ ਲੋਕ ਵੀ ਸਫਰ ਕਰ ਰਹੇ ਆ। ਖਾਸ ਕਰਕੇ ਬਾਰਡਰ ਵਾਲੇ ਤਿੰਨੇ ਸੂਬੇ ਰਾਜਸਥਾਨ, ਪੰਜਾਬ ਤੇ ਜੰਮੂ ਕਸ਼ਮੀਰ, ਇਹ ਇਹਨਾਂ ਨੂੰ ਤੇ ਸਜ਼ਾ ਦਿੱਤੀ ਹੋਈ ਆ ਇਸ ਪਾਸੇ ਨੂੰ ਜਾ ਕੇ ਕਿ ਅਸੀਂ ਪਾਕਿਸਤਾਨ ਦੇ ਨਾਲ ਰਿਲੇਸ਼ਨ ਚੰਗੇ ਨਹੀਂ, ਸਾਨੂੰ ਤੇ ਬਹੁਤ ਨੁਕਸਾਨ ਹੈ ਇਸ ਗੱਲ ਦਾ। ਠੀਕ ਹੈ, ਆ ਰਹੀ ਹਾਂ ਮੈਂ ਤੁਹਾਡੇ ਕੋਲ। ਠੀਕ ਹੈ, ਸਾਡੇ ਕਾਲਜ ਜੁੜੇ ਨੇ ਸਰਬਜੀਤ ਸਿੰਘ ਪਠਾਨਕੋਟ ਤੋਂ। ਜੀ ਸਰਬਜੀਤ ਜੀ, ਕੀ ਕਹਿਣਾ ਚਾਹੋਗੇ? ਹਾਂਜੀ ਮੈਮ ਜੀ, ਆਪਾਂ ਚਾਹੁੰਦੇ ਹਾਂ ਕਿ ਪਾਕਿਸਤਾਨ ਨਾਲ ਸਾਡੇ ਸੰਬੰਧ ਵਧੀਆ ਹੋਣੇ ਚਾਹੀਦੇ, ਮਗਰ ਪਾਕਿਸਤਾਨ ਨੂੰ ਚਾਹੀਦਾ ਕਿ ਸਾਡੇ ਤੇ ਟੈਰਰਿਸਟ ਹਮਲੇ ਨਾ ਕਰਵਾਏ, ਇਸੇ ਕਰਕੇ ਸਾਡੇ ਸੰਬੰਧ ਜਿਹੜੇ ਵਧੀਆ ਹੋਣਗੇ। ਇਹ ਪ੍ਰੋਫੈਸਰ ਸਾਹਿਬ ਜਦ ਵੀ ਮੈਂ ਇਹਨਾਂ ਦੀ ਡਿਬੇਟ ਵੇਖਦਾ, ਜਦ ਵੀ ਇਹ ਬੋਲਦੇ ਆ, ਇਹਨਾਂ ਦੀ ਸ਼ੁਰੂਆਤ ਜਿਹੜੀ ਹੁੰਦੀ ਆ RSS BJP, ਇਹ ਹਮੇਸ਼ਾ ਹੀ ਭਾਰਤ ਦੇ ਖਿਲਾਫ ਜ਼ਹਿਰ ਹੀ ਉਗਲਦੇ ਆ। ਇਹਨਾਂ ਨੂੰ ਕਦੇ ਵੀ ਏਦਾਂ ਨਹੀਂ ਕਰਨਾ ਚਾਹੀਦਾ। ਪਹਿਲੇ ਆਪਣਾ ਦੇਸ਼, ਫਿਰ ਬਾਅਦ ਵਿੱਚ ਪਾਕਿਸਤਾਨ ਸਾਡਾ ਕਦੇ ਨਹੀਂ ਹੋ ਸਕਦਾ, ਕਿਉਂਕਿ ਉਹ ਇੱਕ ਜਿਹੜਾ ਮੁਲਕ ਬਣਿਆ ਹੈ, ਉਹ ਮੁਲਕ ਬਣਿਆ ਹੈ ਇੱਕ ਧਰਮ ਦੇ ਆਧਾਰ ਤੇ। ਠੀਕ ਹੈ ਜੀ, ਉਹ ਧਰਮ ਦੇ ਆਧਾਰ ਤੇ ਮੁਲਕ ਬਣਿਆ, ਉਹ ਸਾਡਾ ਬ੍ਰਦਰ ਨਹੀਂ ਹੋ ਸਕਦਾ। ਹਾਂ, ਉਸ ਨਾਲ ਸਾਡਾ ਪੜੋਸੀ ਹੋਣ ਦੇ ਬਾਵਜੂਦ ਆਪਾਂ ਉਸ ਨਾਲ ਸੰਬੰਧ ਵਧੀਆ ਬਣਾ सकते हैं। मगर ਤੁਹਾਡੀ ਗੱਲ ਆ ਗਈ, बहुत बहुत शुक्रिया। रमन मलिक जी, देखिए मैं प्रोफेसर साहब को याद दिला दूं, हालांकि ये जहर के खिलाफ होने की बात करते हैं और अपने मन में RSS और BJP के लिए जहर ही जहर रखा हुआ है। इनके
फूल निकलते हैं जहर के इनके मुंह से। लेकिन मैं आज भी इनको याद करा दूं कि देश के वर्तमान प्रधानमंत्री ने लाल किले की प्राचीर से ये बोला था कि पाकिस्तान के लोगों से हमारी दुश्मनी नहीं है, पाकिस्तान के लोगों के लिए हम आज भी उनके लिए जीते हैं, क्योंकि वो हमारे ही मुल्क से कटा हुआ हमारा ही हिस्सा है। बाप कभी बच्चे को भूखा बिलखता नहीं देखना चाहता, लेकिन जब उसके पास साया ही उसके ऊपर काला पड़ा हो, ये जो पाकिस्तानी फौज है ये पागलों की एक जमात है, ये टेररिज्म की एक जमात है। सिंध अलग होना चाहता है, प्रोफेसर साहब को पता नहीं होगा। बलोचिस्तान अलग होना चाहता है, प्रोफेसर साहब को पता नहीं होगा। पीओजेके के अंदर इतनी किलिंग करी है उन्होंने हालिया में, क्योंकि वो अपने हकूक मांग रहे थे, तो उन्होंने वो ठीक है। अफगानिस्तान के ऊपर मासूमों के ऊपर एयरक्राफ्ट से बम्बारमेंट करा रहे हैं, उसमें कोई बात नहीं। खैबर पख्तूनवा के ऊपर एयरक्राफ्ट से हेलीकॉप्टर गनशिप से फायरिंग कराते हैं, उसमें कोई बात नहीं है प्रोफेसर साहब। और यहाँ आके बोलते हैं कि ह्यूमन अप्रोच होनी चाहिए। अरे साहब, अगर ह्यूमन अप्रोच की बात करते हो तो पहले जिन पापा के लिए आप बोल रहे हो ना अपने, उनकी अप्रोच देख लो। अच्छा मलिक जी, क्या संवाद ही दोनों देशों के बीच में तनाव घटाने का इकलौता रास्ता है? इस बात से इत्तेफाक आप रखते हैं? भारत के पास सभी रास्ते खुले और भारत हर समय पे ये सिद्ध कर चुका है, नया भारत खासकर, कि वो अपने तरीके से अपने समय पे और अपनी इच्छा अनुसार हर गधे को सीधा करना जानता है। अब बात ये बार बार चाइना की कर रहे हैं, पाकिस्तान से डाइवर्ट करके चाइना की कर रहे हैं। अगर चाइना जिस प्रकार से हमारे खिलाफ है या वो अपने सुप्रीमेसी चाहता है, तो मैं ये समझना चाहूंगा प्रोफेसर साहब, थोड़ा दाड़ा चिट्टा हो चुका है, मेरा भी हो रहा है। मैं एक चीज पूछना चाहता, जेड़ा साडा शरीक है वो कदी चाहेगा कि असी सुख नाल बैठिए? प्रीति चंद ने गुरुदेव नू आराम नाल बैठन दिता सीगा? नहीं बैठन दिता सीगा। जेड़ा शरीक है वो शरीक ही रहेगा। हुन मेरे को एक चीज बताओ, जब चाइना हमारे खिलाफ स्ट्रिंग्स ऑफ पर्ल बनाता है तो हम भी अपना काम करेंगे। आज दिक्कत ये है कि देश में बैठे, देश का खाते, देश में जीते, देश में मजा लेते ऐसे लोग पाकिस्तान की जब भाषा बोलते हैं तो दिल करता है पब्लिक का, और आपकी पब्लिक ने जैसे आवाज लगाई, अगर ये लोग सड़क पे निकल आए तो पता नहीं क्या क्या करेंगे, भगवान ही इनका राखा। लेकिन मैं आज भी आपसे एक चीज पूछता हूँ, इनसे पूछिए कि अगर इनमें इतनी हिम्मत है ना तो पहले जाएं पाकिस्तान को बोलें। वो दीवार थी, क्या पिक्चर थी कि मेरे हाथ पे लिख दिया, ये अमिताभ की एक पिक्चर थी। मैं वैसे ही उनको बोलता हूँ कि आप जाइए जवाब लेते हैं। सर्वजोत पाकिस्तान के लिए बोले कि हमारे को ये आदेश दे दे कि हम टेररिज्म की सफाई कर दें, फिर हम आपकी सुरक्षा का भी ध्यान रखेंगे, आपकी इकोनॉमी का भी ध्यान रखेंगे। ठीक है प्रोफेसर, मुझे छोड़ो, इनको ये पूछो ये कभी पाकिस्तान गए हैं? बताओ भाई साहब, मेरे पिताजी और उनके पिताजी, नहीं अपनी बात करो, पिताजी की छोड़ो, अपनी बात करो। फैमिली खुशाब की है। अरे बाबा, आपकी भी, आप दाढ़ी की बात कर रहे हैं ना कि मेरी भी दाढ़ी सफेद है। आप कभी पाकिस्तान गए हो? गाली दे रहे हो बैठे यहाँ। मैं गया हूँ। कहाँ गए हो पाकिस्तान में? पाकिस्तान में लाहौर गया हूँ, सारा लाहौर देखा है। तो लाहौर मेरी वाइफ भी गई थी मैच देखने। अरे बाबा वो बातें छोड़ो, रहने के लिए नहीं होती है, वहां का जीने की बात होती है। बात सुनो मेरी बात, अगर गए हो वहां का अवाम आपके लिए आंसू गिरता है कि नहीं गिरता है? आप देखिए, अगर जितना आप बोल रहे हैं ना देश के खिलाफ, अगर कोई पाकिस्तानी बोल रहा है, एजेंसियां उठा के खिलाफ क्या है? उधर पंजाबी है, इधर पंजाबी है, वो उनका दर्द है। भाई साहब, हमारे लोग बारी-बारी मैं रिक्वेस्ट करूंगी, बारी-बारी दर्शकों को समझ आए कि की बात है। इसमें सिविल राइट नाम की कोई चीज नहीं है। कौन सी पाकिस्तान की भाषा है इसमें? आप प्रोफेसर साहब, भारत की कॉन्स्टिट्यूशन कितनी बारी बदली गई? बाबा क्या बातें कर रहे हो? पाकिस्तान की 3 बारी बदला कॉन्स्टिट्यूशन। आपको एक मिनट, इनको इजराइल तो फादरलैंड लग सकता है, वो कहाँ का था? आपका क्या रिलेशन है इजराइल से? वो फादरलैंड बन गई, आपकी सारी दुनिया में बेइज्जती करवा रहे हो, आप हंसी उड़वा रहे हो सारी दुनिया में।
और आपका Battle जो of Haifa, पड़ोस प्रोफेसर है, साहब। जिसके साथ हमारा सभ्याचार है, इतिहास है, बोली है, सर, भाषा जब है, ट्रेन आ हम रही उसको थी ना कैसे लोगों कह की सकते हैं कट हमारे के, वहां जब- का अवाम दुश्मन हम जब कैसे 2.5 कह सकते करोड़ हैं? लोग मरे थे ना, सरकारों की लड़ाई है, वारी वारी में सरकारों की रिक्वेस्ट है, बारी लड़ाई वारी है। का जो लोग मरे दर्शकों और समझ 2.5 लगे ना करोड़ कि कुछ विस्थापित गालबात हुए। हो रही है। 25 ये कह लाख रहा लोग हूं। मरे और 2.5 करोड़ विस्थापित हुए। उन ट्रेनों के उन परिवारों की बात करो जिनके तो फिर लेके परिवार बैठे कट-कट रहो, के आए, जिनकी महिलाएं लेके ठीक बैठे है। रहो। उठा के जिन ले गए लोगों थे। ने मरवाए थे उनको आप और मजबूत कर रहे हो ये बात करके। जिन लोगों अरे ने तो मरवाए उसमें सारे उनको थे। आप उन्हीं को मजबूत कर रहे हो। चलो कैसे मजबूत कर रहे हैं बताओ? क्यों नहीं कर रहे हम हो? टेररिज्म की सपोर्ट कर मुस्लिम, रहे हैं। एक मिनट सुनो, हिंदू एक मिनट, महासभा और मुस्लिम 1948 के लीग ने अंदर जो मरवाए कबायली लोग। हमला हुआ, सुन लो, क्या सुन आप लो। उसको सही मानते हो? सुन लो, हिंदू महासभा और मुस्लिम लीग ने कम्युनल राइट करवा के 10 लाख पंजाबी मरवाए, इधर के और उधर के। आप बात सर, कीजिए सिर्फ 10 लाख पंजाबी नहीं मरे। उसका दोबारा गलत है आपकी कोई इंफॉर्मेशन। आप पैच अप करना चाहते हो? आपकी इंफॉर्मेशन आप क्या गलत है। दोबारा आपकी अवाम को इंफॉर्मेशन गलत नजदीक है। ले आना चाहते हो? आप बताइए। आपकी इंफॉर्मेशन गलत है। ठीक है, चलो आपकी इंफॉर्मेशन गलत ठीक है है, सर, चलो मैं बहुत बहुत बताता ਸ਼ੁਕਰੀਆ ਦੋਨੋਂ ਮਹਿਮਾਨਾਂ ਦਾ ਸਾਡੇ ਨਾਲ ਜੁੜੇ, ਆਪਣੀ ਗੱਲਬਾਤ ਸਾਡੇ ਅੱਗੇ ਰੱਖੀ, ਦਰਸ਼ਕਾਂ ਦੇ ਅੱਗੇ ਰੱਖੀ। ਹਾਲਾਂਕਿ 117 ਹਸਤੀਆਂ ਦੇ ਵੱਲੋਂ ਚਿੱਠੀ ਜੋ ਹੈ ਉਹ ਲਿਖੀ ਗਈ ਹੈ, ਪਰ ਵੱਡਾ ਸਵਾਲ ਕਿ ਇਸ ਚਿੱਠੀ ਦਾ ਦੋਹਾਂ ਦੇਸ਼ਾਂ ਦੀ ਸਰਕਾਰਾਂ ਤੇ ਕੋਈ ਅਸਰ ਪਏਗਾ ਨਹੀਂ ਪਏਗਾ। ਫਿਲਹਾਲ ਸਾਡੀ ਇਸ ਖਾਸ ਪੇਸ਼ਕਸ਼ 'ਚ ਇੰਨਾ ਹੀ। ਤੁਸੀਂ ਜੁੜੇ ਰਹੋ ਨਿਊਜ਼ 18 ਪੰਜਾਬ ਹਰਿਆਣਾ ਦੇ।